Hello everyone, welcome back to my YouTube channel Study with Rakshita. So I am teaching biology to class 12 PSCB board. In the previous video we have studied all about the sexual reproduction in flowering plants. So today we are going to start our next chapter, which is human reproduction. ਹਿਊਮਨ ਰੀਪਰੋਡਕਸ਼ਨ ਤੋਂ ਆਪਾਂ ਨੂੰ ਪਤਾ ਹੈ ਕਿ ਰੀਪਰੋਡਕਸ਼ਨ ਕੀ ਹੁੰਦਾ ਹੈ, ਦਾ ਪ੍ਰੋਸੈਸ ਆਫ ਦਾ ਕੰਟੀਨਿਊਟੀ ਆਫ ਰੇਸ। ਠੀਕ ਹੈ ਜੀ। ਦੈਨ ਆਪਾਂ ਨੂੰ ਇਹ ਵੀ ਜਾਣਨ 'ਚ ਬਹੁਤ ਇੰਟਰਸਟਿੰਗ ਲੱਗੇਗਾ ਕਿ ਹਿਊਮਨ ਦੇ ਵਿੱਚ ਕਿਹੜੀ ਟਾਈਪ ਦੀ ਰੀਪਰੋਡਕਸ਼ਨ ਹੁੰਦੀ, ਸੈਕਸ਼ੂਅਲ ਜਾਂ ਏਸੈਕਸ਼ੂਅਲ। ਇਹ ਤਾਂ ਤੁਹਾਨੂੰ ਪਤਾ ਹੀ ਹੋਏਗਾ ਕਿ ਸੈਕਸ਼ੂਅਲ ਰੀਪਰੋਡਕਸ਼ਨ ਹੁੰਦੀ ਹੈ, ਤੁਸੀਂ ਸਾਰੇ ਸਮਝਦਾਰ ਹੋ। ਤਾਂ ਸੈਕਸ਼ੂਅਲ ਰੀਪਰੋਡਕਸ਼ਨ ਹੁੰਦੀ ਹੈ ਤਾਂ ਉਹਦੇ ਵਿੱਚ ਪੇਰੈਂਟ ਵੀ 2 ਇਨਵੋਲਵ ਹੁੰਦੇ ਨੇ, ਮੇਲ ਐਂਡ ਫੀਮੇਲ। ਤਾਂ ਆਪਾਂ ਨੇ ਇਸ ਚੈਪਟਰ ਦੇ ਵਿੱਚ ਸਿਰਫ ਇਹੀ ਨਹੀਂ ਪੜ੍ਹਨਾ, ਆਪਾਂ ਨੇ ਇਹਨੂੰ ਫੁੱਲ ਪੜ੍ਹਨਾ ਹੈ ਕਿ ਇਹ ਕਿੱਥੋਂ ਸਟਾਰਟ ਹੁੰਦੀ ਹੈ ਅਤੇ ਕਿੱਥੇ ਜਾ ਕੇ ਐਂਡ ਹੁੰਦੀ ਹੈ। ਮਤਲਬ ਇਹ ਸਟਾਰਟ ਹੁੰਦੀ, ਤੁਸੀਂ ਤਾਂ ਕਹਿ ਦਿਓਗੇ ਕਿ ਇਹ ਸਟਾਰਟ ਹੁੰਦੀ ਹੈ ਜਸਟ ਮਤਲਬ ਕਿ ਸੈਕਸ਼ੂਅਲ ਇੰਟਰਕੋਰਸ ਤੋਂ, ਬਟ ਨਹੀਂ। ਇਹਦੇ ਲਈ ਆਪਣੇ ਕੋਲ ਜਿਹੜੇ ਪਬਰਟੀ ਹੁੰਦੀ ਆ, ਆਪਣੇ ਵਿੱਚ ਪਬਰਟੀ ਵਾਲਾ ਫੇਸ ਆਉਂਦਾ, ਉਹਦੇ ਵਿੱਚ ਆਪਣੇ ਕੋਲ ਗੈਮੀਟ ਬਣਨਾ ਸਟਾਰਟ ਹੁੰਦੇ ਨੇ। ਠੀਕ ਹੈ ਜੀ। ਤਾਂ ਉਹਦੇ ਉਸ ਤੋਂ ਬਾਅਦ ਹੈ ਨਾ ਆਪਾਂ ਗੈਮੀਟ ਬਣਨੇ ਸਟਾਰਟ ਹੁੰਦੇ ਨੇ, ਆਪਣੇ ਕੋਲ ਸੈਕਸ ਸੈੱਲ ਬਣ ਜਾਂਦੇ ਨੇ। ਦੈਨ ਸੈਕਸ਼ੂਅਲ ਇੰਟਰਕੋਰਸ ਹੁੰਦਾ ਹੈ, ਦੈਨ ਜ਼ਾਈਗੋਟ ਦੀ ਫੋਰਮੇਸ਼ਨ ਹੁੰਦੀ ਹੈ, ਦੈਨ ਫੀਟਸ ਦੀ ਫੋਰਮੇਸ਼ਨ ਹੁੰਦੀ ਹੈ, ਦੈਨ ਪਾਰਚੂਰੇਸ਼ਨ ਵਗੈਰਾ ਹੁੰਦਾ ਹੈ, ਇੰਪਲਾਂਟੇਸ਼ਨ, ਇਹ ਸਾਰੀਆਂ ਐਕਟੀਵਿਟੀਜ਼ ਹੁੰਦੀਆਂ ਨੇ। ਦੈਨ ਜਾ ਕੇ ਬੇਬੀ ਦੀ ਡਿਲੀਵਰੀ ਹੁੰਦੀ ਹੈ। ਸੋ in this chapter we are going to study about the whole reproductive system, male reproductive system, female reproductive system. ਸੋ ਇੱਥੇ ਮੈਂ ਇੱਕ ਗੱਲ ਕਲੀਅਰ ਕਰ ਦਿੰਦੀ ਹਾਂ ਕਿ ਜੋ ਆਪਣੇ ਕੋਲ ਮੇਲ ਹੁੰਦਾ ਹੈ ਅਤੇ ਜੋ ਆਪਣੇ ਕੋਲ ਫੀਮੇਲ ਹੁੰਦੀ ਹੈ। ਮੇਲ ਦੇ ਵਿੱਚ ਆਪਣੇ ਕੋਲ ਸਪਰਮਸ ਹੁੰਦੇ ਨੇ, ਫੀਮੇਲ ਦੇ ਵਿੱਚ ਆਪਣੇ ਕੋਲ ਓਵਰੀਜ਼ ਹੁੰਦੀਆਂ ਨੇ। ਠੀਕ ਹੈ ਜੀ। ਤਾਂ ਸਪਰਮ ਹੁੰਦੇ ਨੇ ਤਾਂ ਉਹ ਸਪਰਮੈਟੋਜੈਨੇਸਿਸ ਹੁੰਦੀ ਹੈ, ਮਤਲਬ ਕਿ ਸਪਰਮੈਟੋਜੈਨੇਸਿਸ ਕਿਹਦੇ 'ਚ ਹੁੰਦੀ ਆ, ਮੇਲ ਦੇ ਵਿੱਚ। ਦੈਨ ਓਜੈਨੇਸਿਸ ਕਿਹਦੇ ਵਿੱਚ ਹੁੰਦੀ ਆ, ਫੀਮੇਲ ਦੇ ਵਿੱਚ। ਇਹ ਸਾਰੀਆਂ ਬੇਸਿਕ ਟਰਮਸ ਨੇ, ਤੁਸੀਂ ਪਿਛਲੇ ਚੈਪਟਰ ਵਿੱਚ ਵੀ ਪੜ੍ਹ ਰੱਖੀਆਂ ਨੇ। ਦੈਨ ਮੈਂਸਟਰੂਅਲ ਸਾਈਕਲ, ਜਿਹਦੇ ਵਿੱਚ ਕਿ ਫੀਮੇਲ ਦੇ ਓਵਰੀਜ਼ ਦੇ ਵਿੱਚੋਂ ਇੱਕ ਮਤਲਬ ਕਿ ਸੈੱਲ ਰਿਲੀਜ਼ ਹੁੰਦਾ, ਉਹਨੂੰ ਮੈਂਸਟਰੂਅਲ ਸਾਈਕਲ ਕਿਹਾ ਜਾਂਦਾ। ਉਸ ਤੋਂ ਬਾਅਦ ਫਰਟੀਲਾਈਜੇਸ਼ਨ ਐਂਡ ਐम्ब्रायनिक ਡਿਵੈਲਪਮੈਂਟ, ਫਰਟੀਲਾਈਜੇਸ਼ਨ ਐਂਡ ਐम्ब्रायनिक ਡਿਵੈਲਪਮੈਂਟ, ਪਾਰਚੂਰੇਸ਼ਨ ਐਂਡ ਲੈਕਟੇਸ਼ਨ। ਡੋਂਟ ਵਰੀ, ਆਪਾਂ ਇਹ ਸਾਰਾ ਕੁਝ ਬਰੀਫਲੀ ਸਟੱਡੀ ਕਰਨਾ ਹੈ। ਬਹੁਤ ਲੰਬਾ ਚੈਪਟਰ ਹੈ ਬਟ ਇਹਨੂੰ ਆਪਾਂ ਆਸਾਨ ਬਣਾ ਦਾਂਗੇ। ਸੋ what is reproduction? The ability of living organism to produce a new generation of living individuals similar to themselves। ਇਹ ਕੀ ਕਹਿਣਾ ਚਾਹ ਰਹੇ ਆ, ਉਹੀ the process of continuity of race by same species। ਇਹ 2 ਟਾਈਪਸ ਦੀ ਹੁੰਦੀ ਹੈ, ਸੈਕਸ਼ੂਅਲ, ਏਸੈਕਸ਼ੂਅਲ। ਇੰਨਾ ਈਜ਼ੀ ਕੁਐਸਚਨ ਆਉਂਦਾ ਤਾਂ ਹੁੰਦਾ ਨਹੀਂ, ਬਟ ਫਿਰ ਵੀ। ਉਸ ਤੋਂ ਨੈਕਸਟ ਜਿਹੜੇ ਈਵੈਂਟਸ ਇਹਦੇ ਵਿੱਚ ਇਨਵੋਲਵ ਹੁੰਦੇ ਨੇ, ਫਸਟ ਆਫ ਆਲ ਤਾਂ ਗੈਮੀਟ ਫੋਰਮੇਸ਼ਨ ਹੋਏਗੀ। ਠੀਕ ਹੈ ਜੀ। ਗੈਮੀਟੋਜੈਨੇਸਿਸ, ਇਨਸੈਮੀਨੇਸ਼ਨ। ਗੈਮੀਟੋਜੈਨੇਸਿਸ ਹੁੰਦਾ ਕੀ ਹੈ ਨਾ, ਆਪਣੇ ਕੋਲ ਗੈਮੀਟ ਫੋਰਮੇਸ਼ਨ ਹੋ ਗਈ। ਇਹ ਇਨਸੈਮੀਨੇਸ਼ਨ ਹੁੰਦਾ ਕਿ ਜਿਹੜਾ ਟਰਾਂਸਫਰ ਹੁੰਦਾ ਵਾ ਮੇਲ ਸੈਕਸ ਸੈੱਲ ਦਾ ਫੀਮੇਲ ਦੇ ਵਿੱਚ। ਦੈਨ ਫਰਟੀਲਾਈਜੇਸ਼ਨ, ਦੈਨ ਇੰਪਲਾਂਟੇਸ਼ਨ, ਦੈਨ ਜਿਸਟੇਸ਼ਨ, ਦੈਨ ਪਾਰਚੂਰੇਸ਼ਨ। ਗੈਮੀਟੋਜੈਨੇਸਿਸ 'ਚ ਕੀ ਦਿੱਤਾ ਹੋਇਆ, ਦਾ ਫੋਰਮੇਸ਼ਨ ਆਫ ਗੈਮੇਟਸ। ਫੋਰਮੇਸ਼ਨ ਆਫ ਗੈਮੇਟਸ ਮਤਲਬ ਕਿ ਸਪਰਮ ਇਨ ਮੇਲ ਅਤੇ ਓਵਮ ਇਨ ਫੀਮੇਲ ਇਜ਼ ਨੋਨ ਐਜ਼ ਗੈਮੀਟੋਜੈਨੇਸਿਸ। ਉਸ ਤੋਂ ਬਾਅਦ ਜਿਹੜੀ ਇਨਸੈਮੀਨੇਸ਼ਨ ਕੀ ਹੁੰਦੀ ਆ, ਉਹ ਕੀ ਹੁੰਦੀ ਆ, ਜਿਵੇਂ ਮੈਂ ਤੁਹਾਨੂੰ ਦੱਸਿਆ, ਟਰਾਂਸਫਰ ਆਫ ਸਪਰਮ ਇਨਟੂ ਫੀਮੇਲ ਰੀਪਰੋਡਕਟਿਵ ਟਰੈਕਟ ਇਜ਼ ਨੋਨ ਐਜ਼ ਇਨਸੈਮੀਨੇਸ਼ਨ। ਉਸ ਤੋਂ ਬਾਅਦ ਫਰਟੀਲਾਈਜੇਸ਼ਨ, ਫਿਊਜ਼ਨ ਆਫ ਮੇਲ ਐਂਡ ਫੀਮੇਲ ਗੈਮੇਟ। ਠੀਕ ਹੈ। ਇੱਥੇ ਤੁਸੀਂ ਯਾਦ ਰੱਖਣਾ ਕਿ ਤੁਸੀਂ ਨੇ ਫਿਊਜ਼ਨ ਲਿਖਣਾ, ਨਾਟ ਫਿਜ਼ਨ। ਫਿਜ਼ਨ ਹੁੰਦਾ ਕਿ ਬ੍ਰੇਕ ਡਾਊਨ, ਫਿਊਜ਼ਨ ਹੁੰਦਾ ਜਿਹੜਾ ਉਹਨਾਂ ਦਾ ਮਿਲਣਾ। ਉਸ ਤੋਂ ਬਾਅਦ ਹੈ ਇੰਪਲਾਂਟੇਸ਼ਨ। ਠੀਕ ਹੈ। ਇਹ ਹੁੰਦਾ ਫੋਰਮੇਸ਼ਨ ਜਾਂ ਡਿਵੈਲਪਮੈਂਟ
and then attachment of blastocyst to the uterine wall is known as implantation। ਆ ਛੋਟੇ ਛੋਟੇ ਡੈਫੀਨੇਸ਼ਨਸ ਨੇ, ਇਹ ਸਿਰਫ ਤੁਸੀਂ ਯਾਦ ਕਰਨੀਆਂ ਨੇ, ਪਰ ਇੰਨਾ ਸੌਖਾ ਕੁਐਸਚਨ ਕਦੇ ਨਹੀਂ ਆਉਂਦਾ ਹੁੰਦਾ। ਐम्ब्रियोनिक ਡਿਵੈਲਪਮੈਂਟ ਇਜ਼ ਨੋਨ ਐਜ਼ ਜਿਸਟੇਸ਼ਨ ਪੀਰੀਅਡ, ਠੀਕ ਹੈ। ਦਾ ਡਿਲੀਵਰੀ ਆਫ ਬੇਬੀ ਇਜ਼ ਨੋਨ ਐਜ਼ ਪਾਰਚੂਰੇਸ਼ਨ, ਠੀਕ ਹੈ ਜੀ। ਮਤਲਬ ਕਿ ਡਿਲੀਵਰੀ ਜਿਹੜੀ ਬੇਬੀ ਦੀ ਹੁੰਦੀ ਉਹਨੂੰ ਪਾਰਚੂਰੇਸ਼ਨ ਦਾ ਨਾਮ ਦਿੱਤਾ ਜਾਂਦਾ ਏ। ਸੋ ਗੇਮੇਟੋਜੈਨੇਸਿਸ 'ਚ ਆਪਣੇ ਕੋਲ ਕੀ ਹੁੰਦਾ ਸੀ, ਗੇਮੇਟੋਜੈਨੇਸਿਸ ਦੇ ਵਿੱਚ ਆਪਣੇ ਕੋਲ ਫਾਰਮੇਸ਼ਨ ਆਫ ਗੈਮੇਟਸ, ਇਨਸੈਮੀਨੇਸ਼ਨ ਦੇ ਵਿੱਚ ਟ੍ਰਾਂਸਫਰ ਆਫ ਸਪਰਮਸ ਇਨਟੂ ਦਾ ਫੀਮੇਲ ਰੀਪਰੋਡਕਟਿਵ ਟਰੈਕਟ, ਦੈਨ ਫਰਟੀਲਾਈਜੇਸ਼ਨ ਦੇ ਵਿੱਚ ਫਿਊਜ਼ਨ ਆਫ ਮੇਲ ਐਂਡ ਫੀਮੇਲ ਗੈਮੇਟਸ, ਇੰਪਲਾਂਟੇਸ਼ਨ ਦੇ ਵਿੱਚ ਅਟੈਚਮੈਂਟ ਆਫ ਬਲਾਸਟੋਸਿਸਟ, ਦੈਨ ਜੈਸਟੇਸ਼ਨ ਦੇ ਵਿੱਚ ਐम्ब्रियोनिक ਡਿਵੈਲਪਮੈਂਟ, ਪਾਰਚੂਰੇਸ਼ਨ ਦੇ ਵਿੱਚ ਮਤਲਬ ਕਿ ਜਦੋਂ ਫੁੱਲੀ ਡਿਵੈਲਪਡ ਬੇਬੀ ਨੂੰ ਆਊਟ ਦਾ ਡਿਲੀਵਰੀ ਹੋ ਜਾਂਦੀ ਉਹਨਾਂ ਦੀ। ਓਕੇ ਜੀ। ਦੈਨ ਨੈਕਸਟ ਹੈ ਆਪਣੇ ਕੋਲ, ਤਾਂ ਸਭ ਤੋਂ ਪਹਿਲਾਂ ਜਦੋਂ ਇਹ ਸਟਾਰਟ ਹੁੰਦਾ ਹੈ ਸਟੇਜ, ਤਾਂ ਆਪਣੇ ਕੋਲ ਪੁਬਰਟੀ ਆਉਂਦੀ। ਤੁਸੀਂ ਸਾਰਿਆਂ ਨੇ ਫੇਸ ਕੀਤਾ ਹੋਣਾ ਪੁਬਰਟੀ ਦਾ। ਓਕੇ ਜੀ। ਫੀਮੇਲ ਦੇ ਵਿੱਚ, ਮੇਲ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਮਤਲਬ ਕਿ ਬਿਹੇਵੀਅਰ ਦੇ ਵਿੱਚ, ਸਕਿਨ ਦੇ ਵਿੱਚ ਅਲੱਗ ਅਲੱਗ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ। ਇਟ ਇਜ਼ ਦਾ ਕੰਡੀਸ਼ਨ ਆਫ ਬੀਇੰਗ ਅ ਪੀਰੀਅਡ ਆਫ ਬਿਕਮਿੰਗ ਫਸਟ ਕੈਪੇਬਲ ਆਫ ਰਿਪਰੋਡਿਊਸਿੰਗ ਸੈਕਸ਼ੁਅਲੀ। ਆ ਡੈਫੀਨੇਸ਼ਨ ਰਹਿਣ ਦਿਓ, ਲਿਖੋ। ਦ ਪੀਰੀਅਡ ਆਫ ਸੈਕਸ਼ੁਅਲ ਮੈਚਿਓਰਿਟੀ ਇਜ਼ ਨੋਨ ਐਜ਼ ਪੁਬਰਟੀ। ਓਕੇ ਜੀ। ਸੋ ਜਿਵੇਂ ਕਿ ਟੈਸਟਿਸ ਦੇ ਵਿੱਚ ਆਪਣੇ ਕੋਲ ਸਪਰਮ ਪ੍ਰੋਡਿਊਸ ਹੋਣੇ ਸਟਾਰਟ ਹੋ ਜਾਂਦੇ ਨੇ, ਅਤੇ ਜਿਹੜੇ ਕਿ ਸੈਕਸ ਸੈੱਲ ਹੁੰਦੇ ਨੇ ਆਪਣੇ, ਉਸ ਤੋਂ ਬਾਅਦ ਓਵਰੀਜ਼ ਦੇ ਵਿੱਚ ਆਪਣੇ ਕੋਲ ਓਵਮਸ ਪ੍ਰੋਡਿਊਸ ਹੋਣਾ ਸਟਾਰਟ ਹੋ ਜਾਂਦੇ ਨੇ। ਦ ਏਜ ਇਨ ਵਿਚ ਪੁਬਰਟੀ ਅਕਰਸ, ਉਹ ਹੁੰਦੀ ਆ 14 ਬੋਇਜ਼ 'ਚ ਹੁੰਦੀ ਹੈ, ਅਤੇ 12 ਹੁੰਦੀ ਹੈ ਜਿਹੜੀ ਗਰਲਸ ਦੇ ਵਿੱਚ ਹੁੰਦੀ ਹੈ। ਦ ਚੇਂਜਿਸ ਇਨ ਯੂਰ body during puberty are caused by hormones which are chemicals produced in your body। ਠੀਕ ਹੈ। ਆਪਣੀ ਬੋਡੀ ਦੇ ਵਿੱਚ ਜਿਹੜੇ ਵੀ ਚੇਂਜ ਹੁੰਦੇ, ਜਿਵੇਂ ਕਿ ਹੈ ਨਾ ਅਨਵਾਂਟਿਡ ਹੇਅਰ ਗਰੋਥ ਹੋ ਗਈ, ਜਾਂ ਆਪਣੇ ਪਿੰਪਲ ਆ ਗਏ, ਜਾਂ ਹੈ ਨਾ ਆਪਣੇ ਮਸਲਸ ਜ਼ਿਆਦਾ ਗਰੋ ਹੋ ਗਏ। ਬੋਇਜ਼ ਦੇ ਵਿੱਚ ਐਡਮਸ ਐਪਲ ਆ ਜਾਂਦਾ ਹੈ, ਠੀਕ ਹੈ। ਫੀਮੇਲ ਦੇ ਵਿੱਚ ਮੈਂਸਟਰੂਏਸ਼ਨ ਸਟਾਰਟ ਹੋ ਜਾਂਦੀ ਹੈ। ਇਹ ਸਾਰੇ ਪੁਬਰਟੀ ਦੀਆਂ ਸਾਈਨਸ ਹੁੰਦੇ ਨੇ। ਤਾਂ ਦ ਚੇਂਜਿਸ ਇਨ ਯੂਰ ਅਕਰਸ ਇਨ ਯੂਰ ਬੋਡੀ ਡਿਊਰਿੰਗ, ਇਹ ਜਿਹੜੇ ਵੀ ਚੇਂਜ ਹੁੰਦੇ ਨੇ ਹਾਰਮੋਨਸ ਦੇ ਕਾਰਨ ਹੁੰਦੇ ਨੇ। ਜਿਹੜੇ ਹਾਰਮੋਨਸ ਹੁੰਦੇ ਨੇ ਉਹ ਆਪਣੀ ਬੋਡੀ ਦੇ ਵਿੱਚ ਜਿਹੜੇ ਕੈਮੀਕਲਸ ਹੁੰਦੇ ਨੇ ਨਾ, ਉਹਨਾਂ ਨੂੰ ਮਤਲਬ ਕਿ ਹਾਰਮੋਨਸ ਹੁੰਦੇ ਨੇ, ਉਹਨਾਂ ਨੂੰ ਹਾਰਮੋਨਸ ਸਮਝਿਆ ਜਾਂਦਾ। ਹਾਰਮੋਨਸ ਆਰ ਲਾਈਕ ਕੈਮੀਕਲ ਮੈਸੇਂਜਰ ਦੈਟ ਕੋਜ਼ ਟੈਸਟੀਕਲਸ ਐਂਡ ਔਰ ਦਾ ਓਵਰੀਜ਼ ਟੂ ਰਿਲੀਜ਼ ਹਾਰਮੋਨਸ। ਜਿਹੜੇ ਹਾਰਮੋਨ ਹੁੰਦੇ ਨੇ ਉਹ ਕੈਮੀਕਲ ਮੈਸੇਂਜਰਸ ਦੀ ਤਰ੍ਹਾਂ ਕੰਮ ਕਰਦੇ ਨੇ, ਜਿਹੜੇ ਕਿ ਟੈਸਟੀਕਲਸ ਜਾਂ ਓਵਰੀਜ਼ ਨੂੰ ਮਤਲਬ ਕਿ ਓਵਰੀਜ਼ ਦੇ ਵਿੱਚ ਹਾਰਮੋਨ ਰਿਲੀਜ਼ ਕਰਦੇ ਨੇ। ਇਹ ਸਾਰਾ ਕੁਛ ਤੁਸੀਂ ਪੜ੍ਹ ਲਓਗੇ ਕਿ ਕਿੱਦਾਂ ਰਿਲੀਜ਼ ਹੁੰਦਾ ਹੈ। ਇਹ ਬਹੁਤ ਇੰਟਰਸਟਿੰਗ ਚੈਪਟਰ ਹੈ। all these hormones work together to start the changes in puberty। then changes occur during puberty। ਫੀਮੇਲ ਦੇ ਵਿੱਚ ਕੀ ਚੇਂਜਸ ਆਉਂਦੇ ਨੇ during puberty? body produced hormones like estrogen and progesterone। then ਇਨਕਰੀਜ਼ ਹੋ ਜਾਂਦੀ ਆ, ਬ੍ਰੈਸਟ 'ਚ ਗਰੋਥ ਹੋ ਜਾਂਦੀ ਆ। ਉਸ ਤੋਂ ਬਾਅਦ ਮੈਂਸਟਰੂਏਸ਼ਨ ਸਟਾਰਟ ਹੋ ਜਾਂਦੀ ਆ, ਹੇਅਰ ਗਰੋਥ ਹੋ ਜਾਂਦੀ ਆ। ਵੋਇਸ ਦੇ ਵਿੱਚ ਥੋੜ੍ਹੇ ਬਹੁਤ ਚੇਂਜਸ ਆ ਜਾਂਦੇ ਆ। ਮੇਲਸ ਦੇ ਵਿੱਚ ਕੀ ਹੁੰਦਾ, ਟੈਸਟੋਸਟੇਰੋਨ ਰਿਲੀਜ਼ ਹੋ ਜਾਂਦਾ ਹੈ, ਠੀਕ ਹੈ, ਟੈਸਟਿਸ ਦੇ ਵਿੱਚ। ਤਾਂ ਉਹਦੇ ਨਾਲ ਆਪਣੇ ਕੋਲ ਸਪਰਮ ਪ੍ਰੋਡਿਊਸ ਹੋਣੇ ਸਟਾਰਟ ਹੋ ਜਾਂਦੇ ਨੇ। ਟੈਸਟੋਸਟੇਰੋਨ ਆ ਜਿਹੜਾ ਉਹ ਮੇਲ ਸੈਕਸ ਹਾਰਮੋਨ ਆ, ਠੀਕ ਹੈ, ਜਿਹੜਾ ਟੈਸਟਿਸ ਦੇ ਵਿੱਚ ਪ੍ਰੋਡਿਊਸ ਹੁੰਦਾ ਹੈ। ਉਸ ਤੋਂ ਬਾਅਦ ਇਹ ਟੈਸਟੋਸਟੇਰੋਨ ਦੇ ਨਾਲ ਆਪਣੇ ਕੋਲ ਸਪਰਮ ਦੀ ਪ੍ਰੋਡਕਸ਼ਨ ਸਟਾਰਟ ਹੁੰਦੀ ਹੈ। ਉਸ ਤੋਂ ਬਾਅਦ ਇਹਨਾਂ ਦੇ ਬਰੋਡਨ ਹੋ ਜਾਂਦੇ ਆ ਸ਼ੋਲਡਰ ਅਤੇ ਚੈਸਟ, ਠੀਕ ਹੈ, ਅਤੇ ਉਹਨਾਂ ਕੋਲ ਫੇਸ਼ੀਅਲ ਹੇਅਰ ਗਰੋਥ ਵੀ ਹੋ ਜਾਂਦੀ ਆ, ਜੈਸੇ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਨਹੀਂ। ਉਸ ਤੋਂ ਬਾਅਦ ਮੇਲ ਰੀਪਰੋਡਕਟਿਵ ਸਿਸਟਮ। ਸੋ ਇਹ ਜਿਹੜਾ ਆਪਣੇ ਕੋਲ ਚੈਪਟਰ ਹੈ ਥੋੜ੍ਹਾ ਲੰਬਾ ਜਾਣ ਵਾਲਾ ਹੈ। ਤਾਂ ਪਹਿਲਾਂ ਤਾਂ ਪ੍ਰਾਇਮਰੀ ਸੈਕਸ ਔਰਗਨਸ ਆਪਾਂ ਨੂੰ ਪਤਾ ਹੋਣੇ ਚਾਹੀਦੇ ਨੇ। ਪ੍ਰਾਇਮਰੀ ਸੈਕਸ ਔਰਗਨਸ ਕਿਹੜੇ ਕਿਹੜੇ ਨੇ? ਮੇਲ ਦੇ ਵਿੱਚ